ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਅੰਦਰ ਸੁਭਾਈਮਾਨ ਹੋਏ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਵਡਭਾਗੇ ਹੋ ਜੋ ਕਿ ਹੋਲੇ ਮਹੱਲੇ ਪੁਰਬ ਨੂੰ ਸਮਰਪਿਤ ਦੂਸਰੇ ਦਿਨ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਕੁਝ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਹੈ ਕਿ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਨੂੰ ਪਾ ਸਕਾਂ। ਆਓ ਸਭ ਤੋਂ ਪਹਿਲਾਂ ਆਪਣੀ ਅਤੇ ਦਾਸ ਦੀ ਹਾਜ਼ਰੀ ਨੂੰ ਗੁਰੂ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਤ ਦੇ ਦੀਵਾਨ ਦੇ ਵਿੱਚ ਆਪਾਂ ਵਿਚਾਰਿਆ ਸੀ, ਹੋਲੀ ਦੇ ਰੰਗਾਂ ਦੀ ਗੱਲ ਕਰਦੇ ਹਾਂ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਸਾਨੂੰ ਦੱਸਦੇ ਨੇ ਕਿ ਗੁਰੂ ਦੇ ਸਿੱਖ ਨੇ ਹੋਲੀ ਕਿਸ ਤਰ੍ਹਾਂ ਦੀ ਖੇਡਣੀ ਹੈ, ਕਿਹੜੇ ਰੰਗਾਂ ਦੀ ਖੇਡ ਖੇਡਣੀ ਹੈ। ਬਹੁਤ ਸਾਰੀਆਂ ਉਦਾਹਰਨਾਂ ਪਾਤਸ਼ਾਹ ਜੀ ਬਾਣੀ ਦੇ ਵਿੱਚ ਦਿੰਦੇ ਨੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹ ਲਾਗੇ ਦਾਗਾ। ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਨੂੰ ਰੰਗਣਾ ਹੈ ਗੁਰੂ ਦੇ ਸਿੱਖ ਨੇ। ਔਰ ਉਹ ਰੰਗ ਦੀ ਪ੍ਰਾਪਤੀ ਕਿੱਥੋਂ ਹੋਣੀ ਹੈ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਸਤ ਸੰਗਤ ਦੇ ਵਿੱਚ ਬੈਠ ਕੇ ਉਸ ਰੰਗ ਦੀ ਪ੍ਰਾਪਤੀ ਹੋਣੀ ਹੈ। ਸਤ ਸੰਗਤ ਕਰਕੇ, ਮਹਾਂਪੁਰਸ਼ਾਂ ਦੀ ਸੰਗਤ ਕਰਕੇ ਮਨ ਨੂੰ ਰੰਗਣਾ ਹੈ। ਤੇ ਜਿਸ ਦੇ ਮਨ ਦੇ ਉੱਤੇ ਗੁਰਬਾਣੀ ਦਾ ਰੰਗ ਚੜ ਗਿਆ, ਅਸੀਂ ਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਿਚਾਰਾਂਗੇ ਤੇ ਪਾਤਸ਼ਾਹ ਜੀ ਇੱਥੋਂ ਤੱਕ ਕਹਿੰਦੇ ਨੇ ਕਿ ਤੂੰ ਆਪਣੇ ਵੱਲੋਂ ਯਤਨ ਕਰਨਾ ਹੈ, ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ। ਹਰ ਸਾਹ ਦੇ ਨਾਲ ਉਸ ਦਾਤੇ ਨੂੰ ਚੇਤਿਆਂ ਕਰਨਾ ਹੈ, ਉਸ ਵਾਹਿਗੁਰੂ ਦੀ ਉਸਤਤ ਕਰਨੀ ਹੈ, ਬਾਣੀ ਨੂੰ ਪੜ੍ਹਨਾ ਹੈ। ਔਰ ਮਹਾਂਪੁਰਸ਼ ਉਪਰਾਲਾ ਕਰ ਰਹੇ ਨੇ, ਕਿਉਂਕਿ ਸਾਡੇ ਜੀਵਨ ਦੇ ਵਿੱਚ ਜੋ ਸਾਨੂੰ ਮੈਂ ਅੱਜ ਜੋ ਸਾਖੀ ਆਪ ਜੀ ਦੇ ਸਮਕਸ਼ ਰੱਖਣ ਦਾ ਯਤਨ ਕਰਾਂਗਾ, ਉਹ ਸ਼ਹੀਦ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੇ ਆਪਣੇ ਮਨ ਨੂੰ ਬਾਣੀ ਦੇ ਰੰਗ ਦੇ ਵਿੱਚ ਰੰਗਿਆ, ਜਿਨ੍ਹਾਂ ਦੇ ਮਨ ਦੇ ਉੱਤੇ ਕਹਿ ਲਈਏ ਬਾਣੀ ਦਾ ਰੰਗ ਚੜਿਆ ਸੀ। ਔਰ ਉਹਨਾਂ ਦੇ ਜੀਵਨ ਦੀ ਗਾਥਾ, ਉਹਨਾਂ ਦੀ ਸ਼ਹੀਦੀ ਆਪ ਜੀ ਦੇ ਸਮਕਸ਼ ਰੱਖਣ ਦਾ ਯਤਨ ਕਰਾਂਗਾ। ਇਹ ਉਹਨਾਂ ਦੀ ਦਾਸਤਾਨ ਹੈ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਲਈ। ਤੇ ਅੱਜ ਮਹਾਂਪੁਰਖਾਂ ਨੇ ਉਪਰਾਲਾ ਕੀਤਾ ਹੈ, ਖੰਡੇ ਬਾਟੇ ਦੀ ਪਹੁਲ ਅੱਜ ਸੰਗਤਾਂ ਨੂੰ ਛਕਾਈ ਜਾਣੀ ਹੈ। ਔਰ ਖੰਡੇ ਬਾਟੇ ਦੀ ਪਹੁਲ ਤਿਆਰ ਕਰਨ ਵਾਸਤੇ 5 ਪਿਆਰੇ ਸਾਹਿਬਾਨ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਚੁੱਕੇ ਨੇ। ਹਰਿਮੰਦਰ ਸਾਹਿਬ ਜੀ ਦੇ ਠੀਕ ਪਿੱਛੇ ਜੋ ਬਿਲਡਿੰਗ ਹੈ, ਜਿੱਥੇ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲਦੀ ਹੈ, ਉਸ ਬਿਲਡਿੰਗ ਵਿੱਚ 5 ਪਿਆਰੇ ਸਾਹਿਬਾਨ ਪਹੁੰਚ ਚੁੱਕੇ ਨੇ। ਸੰਗਤਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਵੀ ਕਰਾਂਗਾ ਕਿ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਲੈਣੀ ਹੈ, ਭਾਵ ਅੰਮ੍ਰਿਤ ਛਕਣਾ ਹੈ,
ਉਹ ਹਰਮੰਦਰ ਸਾਹਿਬ ਜੀ ਦੇ ਪਿੱਛੇ ਵਾਲੀ ਬਿਲਡਿੰਗ ਦੇ ਵਿੱਚ ਪਹੁੰਚ ਜਾਓ ਔਰ ਉੱਥੇ ਪੰਜ ਪਿਆਰੇ ਸਾਹਿਬਾਨ ਪਹੁੰਚੇ ਨੇ, ਜਾ ਕੇ ਆਪਣਾ ਨਾਮ ਲਿਖਵਾਓ। ਭਾਈ ਤਾਰੂ ਸਿੰਘ ਜੀ ਨੇ ਆਪਣੇ ਮਨ ਨੂੰ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਹੈ, ਨਾਮ ਦੇ ਰੰਗ ਦੇ ਵਿੱਚ ਰੰਗਿਆ ਹੈ। ਔਰ ਬਾਹਰ ਦੇ ਰੰਗਾਂ ਦੀ ਗੱਲ ਕਰਦੇ ਆਂ, ਇੱਕ ਵਾਰ ਰੰਗਾਂ ਦੀ ਹੋਲੀ ਖੇਡੀ, ਆਪਣੇ ਤਨ ਦੇ ਉੱਤੇ ਰੰਗ ਬਰੰਗੇ ਕੈਮੀਕਲਾਂ ਦੇ ਨਾਲ ਤਿਆਰ ਕੀਤੇ ਹੋਏ ਰੰਗ ਪਾਏ ਜਾਂਦੇ ਨੇ, ਖੇਡਿਆ ਜਾਂਦਾ ਹੈ, ਆਪ ਜੀ ਦੇਖਦੇ ਹੋ। ਬਾਅਦ ਦੇ ਵਿੱਚ ਉਹ ਰੰਗ ਧੋ ਕੇ ਲਾ ਦਿੱਤੇ ਜਾਂਦੇ ਨੇ ਔਰ ਉਹਦੇ ਵਿੱਚ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਨੇ। ਇਸ ਕਰਕੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਤੇ ਮੇਰੇ ਪਾਤਸ਼ਾਹ ਜੀ ਨੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੋਲਾ ਮਹੱਲਾ ਸਾਨੂੰ ਮਨਾਉਣ ਵਾਸਤੇ ਦੱਸਿਆ ਕਿ ਅਸੀਂ ਉਸ ਤਰ੍ਹਾਂ ਦੀ ਹੋਲੀ ਨਹੀਂ ਖੇਡਣੀ। ਹੋਲਾ ਮਹੱਲਾ ਸਿੱਖ ਵਾਸਤੇ ਹੈ। ਔਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਸਤ ਸੰਗਤ ਕਰਕੇ ਆਪਣੇ ਮਨ ਨੂੰ ਰੰਗਣ ਦਾ ਯਤਨ ਕਰਨਾ ਹੈ। ਕਿਸੇ ਤਰੀਕੇ ਦੇ ਨਾਲ ਯਤਨ ਕਰਨਾ ਕਿ ਸਾਡੇ ਮਨ ਦੇ ਉੱਤੇ ਨਾਮ ਦਾ ਰੰਗ ਚੜ ਜਾਵੇ। ਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਰੰਗਿਆ, ਉਹਨਾਂ ਦੇ ਵਿੱਚੋਂ ਭਾਈ ਤਾਰੂ ਸਿੰਘ ਜੀ, ਜਿਹੜਾ ਕਿ ਪੂਲੇ ਪਿੰਡ ਦੇ ਵਿੱਚ ਜਿਹਦਾ ਜਨਮ ਹੋਇਆ ਔਰ ਇਹ ਲਗਭਗ 25 ਸਾਲ ਦੀ ਇਹਦੀ ਉਮਰ ਭਰ ਜਵਾਨੀ ਹੈ ਔਰ ਇਹਨੂੰ ਘਰ ਦੇ ਵਿੱਚੋਂ ਸੰਸਕਾਰ ਮਿਲੇ। ਬਚਪਨ ਦੇ ਵਿੱਚ ਸਿਰ ਦੇ ਉੱਤੋਂ ਪਿਤਾ ਦਾ ਸਾਇਆ ਉੱਠ ਗਿਆ, ਪਿਤਾ ਜੀ ਸਿਰ ਤੇ ਨਾ ਰਹੇ, ਘਰ ਦੇ ਵਿੱਚ ਮਾਂ ਹੈ, ਮਾਂ ਨੇ ਚੰਗੇ ਸੰਸਕਾਰ ਦੇ ਕੇ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਆਪਣੇ ਪੁੱਤਰ ਨੂੰ ਪਾਲਿਆ। ਆਪਣੇ ਪੁੱਤਰ ਨੂੰ ਬਾਣੀ ਦੇ ਨਾਲ ਜੋੜਦੀ ਹੈ, ਖੰਡੇ ਬਾਟੇ ਦੀ ਪਾਹੁਲ ਆਪਣੇ ਬੱਚੇ ਨੂੰ ਛਕਾਈ ਹੈ, ਅੰਮ੍ਰਿਤ ਦਾ ਧਾਰਨੀ ਬਣਾਇਆ ਹੈ। ਨਿਤਨੇਮ ਬਚਪਨ ਦੇ ਵਿੱਚ ਗੋਦ ਵਿੱਚ ਲੈ ਕੇ ਮਾਂ ਕਰਦੀ ਰਹੀ। ਅੱਜ ਸਾਡੇ ਧਰਮ ਦੇ ਵਿੱਚ ਸਾਡੇ ਬੱਚੇ ਬਾਣੀ ਕਿਉਂ ਨਹੀਂ ਪੜ੍ਹ ਰਹੇ? ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਕਸੂਰਵਾਰ ਹਾਂ। ਸਾਨੂੰ ਇਸ ਗੱਲ ਨੂੰ ਮੰਨਣਾ ਪਏਗਾ। ਜੇ ਅਸੀਂ ਆਪਣੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ, ਜਾਂ ਮੈਂ ਕਈ ਵਾਰ ਕਹਿੰਦਾ ਹੁੰਦਾ, ਜੇ ਮਾਂ ਦੇ ਗਰਭ ਵਿੱਚ ਬੱਚਾ ਪਲਦਾ ਹੈ ਤੇ ਮਾਂ ਦੇ ਗਰਭ ਵਿੱਚ ਜਦੋਂ ਬੱਚਾ ਪਲ ਰਿਹਾ ਤੇ ਉਸ ਵੇਲੇ ਜਿਹੜੀ ਮਾਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦੇ ਦੀਦਾਰ ਕਰਦੀ ਹੈ, ਉਸ ਵੇਲੇ ਜਿਹੜੀ ਮਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦੇ ਨੇਮ ਨੂੰ ਨਿਭਾਉਂਦੀ ਹੈ, ਬਾਣੀ ਨੂੰ ਪੜ੍ਹਦੀ ਹੈ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੈ, ਸਤ ਸੰਗਤ ਵਿੱਚ ਜਾਂਦੀ ਹੈ, ਉਹਦੇ ਬੱਚੇ ਨੂੰ ਬਹੁਤਾ ਸਿਖਾਉਣ ਦੀ ਲੋੜ ਨਹੀਂ। ਘਰ ਦੇ ਵਿੱਚੋਂ ਹੀ ਬੱਚੇ ਨੂੰ ਸੰਸਕਾਰ ਮਿਲ ਜਾਇਆ ਕਰਦੇ ਨੇ, ਜੇ ਮਾਂ ਪਿਓ ਸੰਸਕਾਰਾਂ ਵਾਲੇ ਹੋਣ। ਅੱਜ ਦੇ ਸਮੇਂ ਦੇ ਵਿੱਚ ਸਾਡੇ ਧਰਮ ਦੇ ਵਿੱਚ ਉਹ ਮਾਵਾਂ ਨਹੀਂ ਰਹੀਆਂ ਜਿਹੜੀਆਂ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਸੀ। ਪਹਿਲੇ ਵਰਗੇ ਸੰਸਕਾਰ ਅੱਜ ਬੱਚਿਆਂ ਨੂੰ ਨਹੀਂ ਦਿੱਤੇ ਜਾਂਦੇ। ਸਮਾਂ ਇਸ ਤਰ੍ਹਾਂ ਬਦਲਿਆ ਹੈ। ਪਹਿਲੇ ਸਮੇਂ ਦੇ ਵਿੱਚ ਛੋਟਾ ਜਿਹਾ ਬੱਚਾ ਰੋਂਦਾ ਤੇ ਮਾਂ ਆਪਣੀ ਗੋਦ ਵਿੱਚ ਲੈ ਕੇ ਬੱਚੇ ਨੂੰ ਦੁੱਧ ਪਿਆ ਕੇ ਚੁੱਪ ਕਰਾਉਣ ਦਾ ਯਤਨ ਕਰਦੀ ਹੈ ਤੇ ਨਾਲ ਦੀ ਨਾਲ ਕੋਈ ਨਾ ਕੋਈ ਬਾਣੀ ਦਾ ਸ਼ਬਦ ਗਾਇਨ ਕਰਦੀ ਹੈ, ਬਾਣੀ ਦਾ ਸ਼ਬਦ ਪੜ੍ਹਦੀ ਹੈ, ਸਤਨਾਮ ਵਾਹਿਗੁਰੂ ਜਪਦੀ ਹੈ। ਉਹ ਬੱਚੇ ਨੂੰ ਆਟੋਮੈਟਿਕਲੀ ਸੰਸਕਾਰ ਮਿਲਦੇ ਆ। ਅੱਜ ਦੇ ਬੱਚਾ ਰੋਂਦਾ ਤੇ ਮਾਂ ਚੁੱਪ ਅੱਜ ਵੀ ਕਰਾਉਂਦੀ ਹੈ, ਪਰ ਅੱਜ ਸਮੇਂ ਦੇ ਨਾਲ ਮਾਂ ਬਦਲ ਗਈ ਹੈ। ਬਾਣੀ ਦੀ ਲੋਰੀ ਸਾਡੇ ਕੋਲ ਨਹੀਂ ਰਹੀ। ਬਾਣੀ ਦੇ ਸ਼ਬਦ ਮਾਵਾਂ ਨੂੰ ਯਾਦ ਨਹੀਂ ਰਹੇ, ਕੰਠ ਨਹੀਂ ਰਹੇ। ਕਿਸੇ ਹੌਲੀ ਹੌਲੀ ਅਸੀਂ ਸਮੇਂ ਦੇ ਨਾਲ ਬਦਲਦੇ ਗਏ ਤੇ ਬਾਣੀ ਤੋਂ ਦੂਰ ਜਾਂਦੇ ਰਹੇ। ਅੱਜ ਜੇ ਬੱਚਾ ਰੋਂਦਾ ਤੇ ਅਸੀਂ ਬੱਚੇ ਨੂੰ ਚੁੱਪ ਕਰਾਉਣ ਵਾਸਤੇ ਬਹੁਤ ਵਧੀਆ ਸਾਡੇ ਕੋਲ ਤਰੀਕਾ ਕਿ ਮੋਬਾਈਲ ਦੇ ਉੱਤੇ ਕੁਝ ਲਾ ਕੇ ਬੱਚੇ ਨੂੰ ਦੇ ਦੇਵੋ, ਬੱਚਾ ਇੱਕਦਮ ਚੁੱਪ ਹੋ ਜਾਏਗਾ। ਆ ਮੱਸਿਆ ਵਾਲੇ ਦਿਨ ਇੱਕ ਛੋਟਾ ਜਿਹਾ ਬੱਚਾ ਮਾਂ ਦੇ ਨਾਲੋਂ ਅੱਡ ਹੋ ਗਿਆ। ਸਟੇਜ ਤੇ ਬੱਚਾ ਸਾਡੇ ਕੋਲ ਪਹੁੰਚਾਇਆ ਗਿਆ। ਉਸ ਬੱਚੇ ਨੂੰ ਜਿਹੜਾ ਬਹੁਤ ਤੇਜ਼ ਰੋ ਰਿਹਾ ਸੀ ਕਿ ਮੈਂ ਆਪਣੀ ਮਾਂ ਕੋਲ ਜਾਣਾ, ਸੇਵਾਦਾਰਾਂ ਨੇ ਚੁੱਪ ਕਰਾਉਣ ਦਾ ਯਤਨ ਕੀਤਾ ਪਰ ਚੁੱਪ ਨਾ ਕੀਤਾ। ਬੱਚਾ ਰੋ ਰਿਹਾ ਸੀ, ਮਾਂ ਅਜੇ ਆ ਨਹੀਂ ਸੀ ਬੱਚੇ ਨੂੰ ਲੈਣ ਵਾਸਤੇ। ਮੈਂ ਕੀ ਕੀਤਾ, ਆਪਣੇ ਮੋਬਾਈਲ ਦੇ ਉੱਤੇ ਕਾਰਟੂਨ ਲਾ ਕੇ ਬੱਚੇ ਨੂੰ ਦੇ ਦਿੱਤੇ। ਉਹ 10-15 ਮਿੰਟ ਬੱਚਾ ਕਾਰਟੂਨ ਵੇਖਦਾ ਰਿਹਾ, ਇੱਕਦਮ ਚੁੱਪ ਕਰ ਗਿਆ। ਕਿਉਂਕਿ ਉਸ ਬੱਚੇ ਨੂੰ, ਅੱਜ ਸਾਡੇ ਬੱਚਿਆਂ ਨੂੰ ਬਸ ਫੋਨ ਚਾਹੀਦਾ ਹੈ। ਨਾ ਮਾਂ ਦੀ ਲੋੜ ਹੈ, ਨਾ ਪਿਤਾ ਦੀ ਲੋੜ ਹੈ, ਨਾ ਕਿਸੇ ਰਿਸ਼ਤੇਦਾਰ ਦੇ ਨਾਲ ਬੱਚੇ ਬੋਲਦੇ ਨੇ। ਕੇਵਲ ਮੋਬਾਈਲ ਦੇ ਵਿੱਚ ਉਹ ਖਚਤ ਨੇ। ਸਮਾਂ ਬਦਲਿਆ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਭਾਈ ਤਾਰੂ ਸਿੰਘ ਜੀ ਦੀ ਮਾਂ ਸੰਸਕਾਰਾਂ ਵਾਲੀ ਮਾਂ ਸੀ। ਉਹਨੇ ਆਪਣੇ ਬੱਚੇ ਨੂੰ ਗੁਰਬਾਣੀ ਦੀਆਂ ਲੋਰੀਆਂ ਦੇ ਕੇ ਪਾਲਿਆ। ਬੱਚੇ ਨੂੰ ਸੰਗਤ ਦੇ ਵਿੱਚ ਲੈ ਕੇ ਜਾਂਦੀ ਸੀ, ਗੁਰੂ ਘਰ ਲੈ ਕੇ ਜਾਂਦੀ ਸੀ। ਉਸ ਬੱਚੇ ਦੇ ਉੱਤੇ ਨਾਮ ਦਾ ਰੰਗ ਚੜਿਆ।
ਸੰਗਤ ਦਾ ਰੰਗ ਚੜਿਆ, ਸਤ ਸੰਗਤ ਦਾ ਰੰਗ ਚੜਿਆ। ਭਾਈ ਤਾਰੂ ਸਿੰਘ ਜੀ ਜਿਉਂ-ਜਿਉਂ ਜਵਾਨ ਹੁੰਦੇ ਆ, ਮਾਂ ਨੇ ਉਹਦੇ ਕੇਸਾਂ ਨੂੰ ਦੁੱਧ ਦਹੀਂ ਪਾ ਕੇ, ਲੱਸੀ ਪਾ ਕੇ ਕੇਸਾਂ ਨੂੰ ਸਾਫ਼ ਕਰਾਉਣਾ, ਬੜੇ ਪ੍ਰੇਮ ਦੇ ਨਾਲ ਬੱਚੇ ਦੇ ਕੇਸ ਨੂੰ ਵਾਹ ਕੇ ਜੂੜਾ ਕਰਨਾ ਤੇ ਨਾਲ ਦੀ ਨਾਲ ਸਿੱਖਿਆ ਦੇਣੀ, ਬੱਚਿਆ ਇਹ ਜੋ ਤੇਰੇ ਕੇਸ ਨੇ ਨਾ, ਇਹ ਗੁਰੂ ਦੀ ਮੋਹਰ ਹੈ। ਆਪ ਜੀ ਅਰਦਾਸ ਦੇ ਵਿੱਚ ਪਦ ਸਰਵਣ ਕਰਦੇ ਹੋ, ਅਰਦਾਸ ਸਰਵਣ ਕਰਦੇ ਹੋ। ਜਿਨ੍ਹਾਂ ਸਿੱਖਾਂ ਨੇ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਇਸ ਅਰਦਾਸ ਨੂੰ ਜਦੋਂ ਭਾਈ ਸਾਹਿਬ ਜੀ ਪੜ੍ਹਦੇ ਨੇ, ਅੱਜ ਅਸੀਂ ਪੜ੍ਹਦੇ ਨੇ ਕਵਿਤਾ ਵਾਂਗ ਅਰਦਾਸ ਪੜ੍ਹ ਜਾਂਦੇ ਆ, ਤੇ ਅਰਦਾਸ ਦੇ ਵਿੱਚ ਸੁਣਨ ਵਾਲੇ ਜੇ ਉਹ ਸੁਣਦੇ ਨੇ। ਸਾਡਾ ਫਰਜ਼ ਬਣਦਾ ਜਦੋਂ ਅਸੀਂ ਅਰਦਾਸ ਕਰੀਏ ਤੇ ਕੱਲੀ ਕੱਲੀ ਜਦੋਂ ਅਸੀਂ ਸ਼ਬਦ ਬੋਲਦੇ ਹਾਂ ਅਰਦਾਸ ਦੇ ਵਿੱਚ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ, ਜਿਉਂ-ਜਿਉਂ ਇਹ ਸ਼ਬਦ ਭਾਈ ਸਾਹਿਬ ਬੋਲ ਕੇ ਅਰਦਾਸ ਕਰਨ, ਪਹਿਲੋਂ ਸਾਡੀ ਇਹ ਯਾਦ ਦੇ ਵਿੱਚ ਜਦੋਂ ਬੰਦ ਕਟਾਉਣ ਦੀ ਗੱਲ ਆਉਂਦੀ ਹੈ, ਉੱਥੇ ਭਾਈ ਮਣੀ ਸਿੰਘ ਜੀ ਬੰਦ ਕਟਾਉਂਦੇ ਹੋਏ ਸਾਡੇ ਸਾਹਮਣੇ, ਅੱਖਾਂ ਦੇ ਸਾਹਮਣੇ ਸਾਡੇ ਫਿਲਮ ਚੱਲਣੀ ਚਾਹੀਦੀ। ਖੋਪਰੀਆਂ ਲਹਾਉਣ ਦੀ ਗੱਲ ਆਉਂਦੀ ਹੈ, ਭਾਈ ਤਾਰੂ ਸਿੰਘ ਜੀ ਦੀ ਸੂਰਤ ਸਾਡੇ ਸਾਹਮਣੇ ਆਉਣੀ ਚਾਹੀਦੀ ਹੈ। ਅਰਦਾਸ ਸੁਣਨ ਵਾਲਿਆਂ ਦੇ ਵੀ ਇਹ ਚੇਨ ਦੇ ਵਿੱਚ, ਉਹਨਾਂ ਦੀ ਸੋਚ ਦੇ ਵਿੱਚ ਇਹ ਫਿਲਮ ਘੁੰਮਣੀ ਚਾਹੀਦੀ ਹੈ ਕਿ ਇੰਨੀਆਂ ਕੁਰਬਾਨੀਆਂ ਹੋਣ ਤੋਂ ਬਾਅਦ ਪਾਤਸ਼ਾਹ ਜੀ ਨੇ ਸਾਡੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦਿੱਤੀ। ਤੇ ਜਦੋਂ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ, ਫਿਰ ਪਾਤਸ਼ਾਹ ਜੀ ਦੀ ਅਰਦਾਸ ਅਸੀਂ ਕਰਦੇ ਚਰਨਾਂ ਦੇ ਵਿੱਚ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਇਹ ਇੰਨੀਆਂ ਕੁਰਬਾਨੀਆਂ ਕਿਉਂ ਹੋਈਆਂ? ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਜਾਵੇ। ਕੇਸ ਤੇ ਸਵਾਸ ਲਫ਼ਜ਼ ਆਇਆ ਹੈ ਕਿ ਆਖਰੀ ਸਾਹ ਤੱਕ ਸਿੱਖੀ ਨੂੰ ਨਿਭਾਉਣ ਵਾਸਤੇ ਗੁਰੂ ਦੇ ਸਿੱਖਾਂ ਨੇ ਇਹ ਕੁਰਬਾਨੀਆਂ ਕੀਤੀਆਂ। ਔਰ ਜਿੱਥੇ ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਅਸੀਂ ਕਰਦੇ ਹਾਂ ਕਿ ਖੋਪੜੀਆਂ ਲੋਹਾਈਆਂ, ਉੱਥੇ ਅਰਦਾਸ ਦੇ ਵਿੱਚ ਇਹ ਜ਼ਿਕਰ ਨਹੀਂ ਆਇਆ ਕਿ ਕਿਸੇ ਸਿੱਖ ਨੇ ਖੋਪੜੀ ਲੋਹਾਈ, ਉੱਥੇ ਖੋਪੜੀਆਂ ਦਾ ਜ਼ਿਕਰ ਆਇਆ। ਜਿੱਥੋਂ ਸਾਨੂੰ ਸਮਝਣਾ ਚਾਹੀਦਾ ਕਿ ਇੱਕ ਖੋਪੜੀ ਕੇਵਲ ਭਾਈ ਤਾਰੂ ਸਿੰਘ ਜੀ ਦੀ ਨਹੀਂ ਲੈਤੀ, ਬਹੁਤ ਸਾਰੇ ਤਸੱਦਦ ਹੋਰ ਵੀ ਕੀਤੇ ਗਏ ਹੋਣਗੇ, ਹੋਰ ਵੀ ਬਹੁਤ ਸਾਰੇ ਸਿੱਖ ਹੋਣਗੇ ਜਿਨ੍ਹਾਂ ਦੀਆਂ ਖੋਪੜੀਆਂ ਲੋਹਾ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਹੋਵੇਗਾ। ਪਰ ਕਈ ਵਾਰ ਕੀ ਹੁੰਦਾ ਹੈ, ਸ਼ਹਾਦਤਾਂ ਹੁੰਦੀਆਂ, ਕੁਝ ਸ਼ਹਾਦਤਾਂ ਇਤਿਹਾਸ ਦੇ ਵਿੱਚ ਨਹੀਂ ਆਉਂਦੀਆਂ। ਭਾਈ ਤਾਰੂ ਸਿੰਘ ਜੀ ਦਾ ਜ਼ਿਕਰ ਆਇਆ। ਖੈਰ ਮੈਂ ਭਾਈ ਤਾਰੂ ਸਿੰਘ ਜੀ ਦਾ ਜੀਵਨ ਆਪ ਜੀ ਦੇ ਸਮਕਸ਼ ਰੱਖ ਰਿਹਾ। ਮਾਂ ਨੇ ਪ੍ਰੇਮ ਦੀਆਂ ਲੋਰੀਆਂ ਦੇ ਕੇ, ਬਾਣੀ ਦੀਆਂ ਲੋਰੀਆਂ ਦੇ ਕੇ ਆਪਣੇ ਬੱਚੇ ਨੂੰ ਪਾਲਿਆ ਹੈ, ਚੰਗੇ ਸੰਸਕਾਰ ਦਿੱਤੇ ਨੇ, ਪਿਤਾ ਦਾ ਸਾਇਆ ਸਿਰ ਤੇ ਨਹੀਂ। ਔਰ ਆਪ ਜੀ ਇਤਿਹਾਸ ਤੋਂ ਜਾਣੂ, 1727 ਦੇ ਵਿੱਚ ਲਾਹੌਰ ਦਾ ਸੂਬੇਦਾਰ ਬਣਦਾ ਹੈ ਜ਼ਕਰੀਆ ਖਾਨ। 1727 ਤੋਂ ਲੱਗ ਕੇ ਉਹ 45 ਤੱਕ ਸੂਬੇਦਾਰ ਰਿਹਾ ਤੇ ਉਹਨੇ ਬਹੁਤ ਸਾਰਾ ਤਸੱਦਦ ਸਿੱਖਾਂ ਤੇ ਕੀਤਾ। ਇਸ ਸਮੇਂ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਬਹੁਤ ਸਾਰੀਆਂ ਕੁਰਬਾਨੀਆਂ ਹੋਈਆਂ, ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ। ਭਾਈ ਤਾਰੂ ਸਿੰਘ ਜੀ ਦੇ ਬਾਰੇ ਫਿਰ ਉੱਥੇ ਜਾ ਕੇ ਹਰ ਭਗਤ ਨਿਰੰਜਰੀ ਜੰਡਿਆਲੇ ਵਾਲਾ ਜਿਹੜਾ ਹੈ, ਇੱਕ ਵਾਰ ਲਾਹੌਰ ਗਿਆ ਔਰ ਉੱਥੋਂ ਦੇ ਸੂਬੇਦਾਰ ਜ਼ਕਰੀਆ ਖਾਨ ਦੇ ਉੱਥੇ ਬੈਠਿਆਂ ਗੱਲਬਾਤ ਚੱਲੀ। ਜ਼ਕਰੀਆ ਖਾਨ ਕਹਿੰਦਾ ਮੈਂ ਸਿੱਖ ਸਾਰੇ ਖਤਮ ਕਰ ਦਿੱਤੇ ਨੇ, ਹੁਣ ਤੇ ਸਿੱਖ ਕੋਈ ਦਿਸਦਾ ਹੀ ਨਹੀਂ। ਇਸ ਹਰ ਭਗਤ ਨਿਰੰਜਰੀ ਜੰਡਿਆਲੇ ਵਾਲੇ ਨੇ ਇੱਕ ਗੱਲ ਕਹੀ, ਕਹਿਣ ਲੱਗਾ ਸੂਬੇਦਾਰ ਜੀ ਤੁਸੀਂ ਕਹਿੰਦੇ ਹੋ ਕਿ ਸਿੱਖ ਦਿਸਦਾ ਕੋਈ ਨਹੀਂ, ਅਜੇ ਸਿੱਖ ਨਹੀਂ ਮਰਦੇ, ਅਜੇ ਬਹੁਤ ਸਾਰੇ ਸਿੱਖ ਨੇ। ਕਹਿੰਦਾ ਕਿਸ ਤਰ੍ਹਾਂ? ਕਹਿੰਦਾ ਪਿੰਡਾਂ ਦੇ ਵਿੱਚ ਕਈ ਕਿਰਤੀ ਸਿੱਖ ਨੇ ਜਿਹੜੇ ਕਿਰਤ ਕਰਦੇ ਨੇ, ਆਪ ਬੇਸ਼ੱਕ ਭੁੱਖਾ ਸੌਣਾ ਪਸੰਦ ਕਰ ਲੈਂਦੇ ਨੇ, ਪਰ ਜਿਹੜੇ ਬਾਗੀ ਸਿੱਖ ਜੰਗਲਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਵਾਸਤੇ ਆਪਣੇ ਘਰਾਂ ਤੋਂ ਪ੍ਰਸ਼ਾਦੇ ਤਿਆਰ ਕਰਕੇ, ਆਪਣੇ ਘਰਾਂ ਤੋਂ ਲੰਗਰ ਤਿਆਰ ਕਰਕੇ, ਕਹਿੰਦੇ ਜੰਗਲਾਂ ਦੇ ਵਿੱਚ ਬੈਠੇ ਹੋਏ ਸਿੱਖਾਂ ਨੂੰ ਛਕਾ ਕੇ ਆਉਂਦੇ ਨੇ। ਉਹਨਾਂ ਦੇ ਆਪਣੇ ਸਰੀਰ ਤੇ ਬੇਸ਼ੱਕ ਚੱਜ ਦਾ ਕੱਪੜਾ ਨਾ ਹੋਵੇ, ਆਪਣੇ ਗਲ ਦੇ ਵਿੱਚ ਪਾਟੀਆਂ ਲੀਰਾਂ ਹੰਡਾਉਣ ਵਾਸਤੇ ਤਿਆਰ ਰਹਿੰਦੇ ਨੇ, ਪਰ ਜੰਗਲਾਂ ਦੇ ਵਿੱਚ ਜਿਹੜੇ ਧਰਮ ਦੀ ਲੜਾਈ ਲੜ ਰਹੇ ਨੇ, ਜਿਹੜੇ ਪੰਜਾਬ ਦੀ ਲੜਾਈ ਲੜ ਰਹੇ ਨੇ, ਉਹਨਾਂ ਸਿੱਖਾਂ ਵਾਸਤੇ ਉਹ ਚੰਗੇ ਕੱਪੜੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਪ੍ਰਸ਼ਾਦੇ ਛਕਾਉਂਦੇ ਨੇ। ਜਿੰਨੀ ਦੇਰ ਤੱਕ ਐਸੇ ਕਿਰਤੀ ਸਿੱਖ ਜੰਗਲਾਂ ਦੇ ਵਿੱਚ ਬਾਗੀ ਸਿੱਖਾਂ ਦੀ ਸੇਵਾ ਕਰਦੇ ਰਹਿਣਗੇ, ਤੁਸੀਂ ਸਿੱਖਾਂ ਨੂੰ ਨਹੀਂ ਮਿਟਾ ਸਕਦੇ। ਉਹਨੇ ਕਿਹਾ ਤੇਰਾ ਮਤਲਬ ਕੀ? ਕਹਿਣ ਲੱਗਾ ਪੂਲੇ ਪਿੰਡ ਦੇ ਵਿੱਚ ਨੌਜਵਾਨ ਭਾਈ ਤਾਰੂ ਸਿੰਘ ਨਾਮ ਦਾ ਸਿੱਖ ਹੈ, ਜਿਹਦੇ ਘਰ ਦੇ ਵਿੱਚ ਪ੍ਰਸ਼ਾਦੇ ਪੱਕਦੇ ਨੇ ਔਰ ਆਪਣੇ ਘਰੋਂ ਪ੍ਰਸ਼ਾਦੇ ਤਿਆਰ ਕਰਕੇ ਉਹ ਜੰਗਲਾਂ ਦੇ ਵਿੱਚ ਜਾ ਕੇ ਬਾਗੀ ਸਿੱਖਾਂ ਨੂੰ ਪ੍ਰਸ਼ਾਦੇ ਛਕਾ ਕੇ ਆਉਂਦਾ।
ਉਹਨਾਂ ਨੂੰ ਉਹ ਕੱਪੜੇ ਦੇ ਕੇ ਆਉਂਦਾ ਹੈ ਔਰ ਆਪਣੇ ਪਿੰਡ ਦੇ ਵਿੱਚ ਰਹਿ ਕੇ ਕਿਸਾਨ ਹੈ, ਖੇਤੀ ਕਰਦਾ ਹੈ, ਆਪਣਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੈ, ਪਰ ਜੰਗਲਾਂ ਵਿੱਚ ਬੈਠੇ ਸਿੱਖਾਂ ਦੀ ਮਦਦ ਕਰਦਾ ਹੈ। ਇਹਦੀ ਮਾਂ ਵੀ ਸੰਸਕਾਰਾਂ ਵਾਲੀ ਸੀ, ਸਿੱਖੀ ਦਾ ਦਰਦ ਰੱਖਣ ਵਾਲੀ ਸੀ। ਘਰ ਦੇ ਵਿੱਚ ਲੰਗਰ ਪੱਕਣੇ ਤਿਆਰ ਹੋਏ, ਇੱਕ ਛੋਟੀ ਜੀ ਪਤੀਲੀ ਤੋਂ ਗੱਲ ਚੱਲੀ ਤੇ ਉਹ ਦੇਗ ਤੱਕ ਪਹੁੰਚ ਗਈ, ਕਿਉਂਕਿ ਸਾਰਾ ਪਿੰਡ ਜਿਹੜਾ ਸੀ ਭਾਈ ਤਾਰੂ ਸਿੰਘ ਜੀ ਦਾ ਬੜਾ ਅਦਬ ਤੇ ਮਾਣ ਕਰਦੇ ਸਨ। ਸਾਰੇ ਇਹਨਾਂ ਦਾ ਸਹਿਯੋਗ ਕਰਦੇ ਸੀ ਔਰ ਸਾਰੇ ਪ੍ਰੇਮ ਦੇ ਵਿੱਚ ਬੜਾ ਇਹਨਾਂ ਦਾ ਸਲੂਕ ਸੀ ਪਿੰਡ ਦੇ ਵਿੱਚ। ਭਾਈ ਤਾਰੂ ਸਿੰਘ ਬਾਰੇ ਜਦੋਂ ਇਹਨੇ ਹਰ ਭਗਤ ਨਿਰੰਜਨੀ ਜੰਡਿਆਲੇ ਵਾਲੇ ਨੇ ਜਾ ਕੇ ਜ਼ਕਰੀਆ ਖਾਨ ਦੇ ਕੰਨ ਭਰੇ, ਉਹਨੇ ਉੱਥੋਂ ਇੱਕ ਛੋਟੇ ਜਿਹੇ ਫੌਜਦਾਰ ਨੂੰ ਥੋੜੀ ਜਿਹੀ ਫੌਜ ਦੇ ਕੇ ਭੇਜ ਦਿੱਤਾ। ਕਹਿੰਦੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਜਾਵੇ, ਜਾਓ ਜਾ ਕੇ ਗ੍ਰਿਫਤਾਰ ਕਰਕੇ ਲੈ ਆਓ। ਇਹ ਪਹੁੰਚੇ ਨੇ ਪੂਲੇ ਪਿੰਡ, ਸਿਪਾਹੀ ਪਹੁੰਚੇ ਨੇ, ਫੌਜਦਾਰ ਪਹੁੰਚੇ ਆ। ਇਹਨੇ ਪੂਲੇ ਪਿੰਡ ਦੇ ਵਿੱਚ ਪਹੁੰਚ ਕੇ ਭਾਈ ਤਾਰੂ ਸਿੰਘ ਜੀ ਦੇ ਘਰ ਗਏ ਨੇ। ਭਾਈ ਤਾਰੂ ਸਿੰਘ ਜੀ ਆਪ ਤੇ ਘਰ ਵਿੱਚ ਨਹੀਂ ਹੈ, ਘਰ ਦੇ ਵਿੱਚ ਮਾਤਾ ਹੈ, ਘਰ ਦੇ ਵਿੱਚ ਭੈਣ ਹੈ ਔਰ ਮਾਤਾ ਤੇ ਭੈਣ ਲੰਗਰ ਤਿਆਰ ਕਰ ਰਹੀਆਂ ਸੀ। ਉਸ ਵੇਲੇ ਦਾਲ ਦੀ ਦੇਗ ਚੜੀ ਸੀ। ਮਾਤਾ ਤੇ ਉਹਨਾਂ ਦੀ ਬੇਟੀ ਭਾਈ ਤਾਰੂ ਸਿੰਘ ਜੀ ਦੀ ਭੈਣ ਲੰਗਰ ਤਿਆਰ ਕਰ ਰਹੇ ਨੇ। ਉੱਥੇ ਸਿਪਾਹੀ ਆਏ, ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, ਬੇਬੇ ਤੇਰਾ ਪੁੱਤਰ ਤਾਰੂ ਸਿੰਘ ਕਿੱਥੇ ਹੈ? ਉਹਨੇ ਕਿਹਾ, ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੀ ਤਾਰੂ ਸਿੰਘ ਕਿੱਥੇ ਹੈ, ਬਾਅਦ ਵਿੱਚ ਤੁਹਾਨੂੰ ਪੁੱਛਾਂਗੀ ਤੁਸੀਂ ਕੌਣ ਤੇ ਕਿੱਥੋਂ ਆਏ ਹੋ। ਪਹਿਲੋਂ ਤੁਸੀਂ ਸਿੱਖ ਦੇ ਘਰ ਵਿੱਚ ਆਏ ਹੋ ਔਰ ਸਿੱਖ ਦੇ ਘਰ ਵਿੱਚ ਆਏ ਹੋ ਤੇ ਸਾਡਾ ਇਹ ਫਰਜ਼ ਬਣਦਾ ਹੈ ਪਹਿਲੋਂ ਤੁਹਾਨੂੰ ਪੁੱਛੀਏ ਤੁਸੀਂ ਜਲ ਛਕੋਗੇ ਜਾਂ ਪ੍ਰਸ਼ਾਦਾ ਛਕੋਗੇ? ਪਹਿਲੋਂ ਪਾਣੀ ਪੀਓ, ਤੁਸੀਂ ਦੂਰੋਂ ਚੱਲ ਕੇ ਆਏ ਹੋ। ਮੈਨੂੰ ਪਤਾ ਹੈ, ਭਾਈ ਤਾਰੂ ਸਿੰਘ ਜੀ ਦੀ ਮਾਂ ਕਹਿੰਦੀ ਮੈਨੂੰ ਪਤਾ ਤੁਸੀਂ ਦੂਰੋਂ ਚੱਲ ਕੇ ਆਏ ਹੋ, ਤੁਹਾਨੂੰ ਭੁੱਖ ਵੀ ਲੱਗੀ ਹੋਏਗੀ, ਸਿੱਖ ਦੇ ਘਰ ਵਿੱਚ ਆਏ ਹੋ, ਪਾਣੀ ਛਕੋ, ਜਲ ਛਕੋ, ਪ੍ਰਸ਼ਾਦਾ ਛਕੋ, ਬਾਅਦ ਦੇ ਵਿੱਚ ਤੁਹਾਨੂੰ ਪੁੱਛਾਂਗੇ ਤੁਸੀਂ ਕੌਣ ਤੇ ਕਿੱਥੋਂ ਤੇ ਕਿਸ ਵਾਸਤੇ ਆਏ ਹੋ। ਜਿਹੜੇ ਸਿਪਾਹੀ ਦਬਕੇ ਦੇ ਨਾਲ ਬੋਲਦੇ ਸੀ ਨਾ, ਥੋੜੀ ਨਿਮਰਤਾ ਵਿੱਚ ਆਏ। ਜਦੋਂ ਮਾਂ ਦੇ ਬੋਲ ਸੁਣੇ ਨਾ, ਕਹਿਣ ਲੱਗੇ, ਮਾਂ ਅਸੀਂ ਲਾਹੌਰ ਤੋਂ ਆਏ ਹਾਂ, ਭਾਈ ਤਾਰੂ ਸਿੰਘ ਜੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਨੇ, ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਣਾ ਹੈ। ਕੇਵਲ ਭਾਈ ਤਾਰੂ ਸਿੰਘ ਜੀ ਨੂੰ ਨਹੀਂ, ਨਾਲ ਉਹਨਾਂ ਦੀ ਭੈਣ ਦੇ ਵੀ ਵਾਰੰਟ ਨੇ, ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਲੈ ਜਾਣਾ। ਜਦੋਂ ਸਿਪਾਹੀ ਆਏ ਵੇਖੇ, ਪੁਲਿਸ ਆਈ ਵੇਖੀ, ਪਿੰਡ ਦੇ ਲੋਕ ਭਾਈ ਤਾਰੂ ਸਿੰਘ ਜੀ ਦੇ ਘਰ ਇਕੱਠੇ ਹੋ ਗਏ। ਕੀ ਗੱਲ ਹੈ? ਆਖਿਰ ਭਾਈ ਤਾਰੂ ਸਿੰਘ ਜੀ ਦੇ ਘਰ ਸਿਪਾਹੀ ਆਏ ਨੇ, ਲੋਕ ਇਕੱਠੇ ਹੋਏ, ਇੰਨੇ ਨੂੰ ਭਾਈ ਤਾਰੂ ਸਿੰਘ ਵੀ ਪਹੁੰਚ ਗਏ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਇਤਿਹਾਸ ਕਹਿੰਦਾ ਭਾਈ ਤਾਰੂ ਸਿੰਘ ਜੀ ਦੀ ਭੈਣ ਨੂੰ ਗ੍ਰਿਫਤਾਰ ਕਰਨ ਲੱਗੇ। ਉੱਥੇ ਇਕੱਠੇ ਹੋਏ ਲੋਕਾਂ ਦੇ ਵਿੱਚ ਕੁਝ ਹਿੰਦੂ ਵੀਰ ਵੀ ਸਨ ਤੇ ਕੁਝ ਮੁਸਲਮਾਨ ਵੀਰ ਵੀ ਸਨ। ਉਹਨਾਂ ਨੇ ਇਕੱਠੇ ਹੋ ਕੇ ਇੱਕ ਗੱਲ ਕਹੀ, ਕਹਿਣ ਲੱਗੇ, ਭਾਈ ਤਾਰੂ ਸਿੰਘ ਜੀ ਦੀ ਭੈਣ ਕੇਵਲ ਭਾਈ ਤਾਰੂ ਸਿੰਘ ਜੀ ਦੀ ਭੈਣ ਨਹੀਂ, ਇਹ ਸਾਡੀ ਵੀ ਭੈਣ ਹੈ, ਸਾਡੇ ਪੂਰੇ ਨਗਰ ਪੂਲੇ ਦੀ ਭੈਣ ਹੈ, ਇਸ ਕਰਕੇ ਤੁਸੀਂ ਸਾਡੀ ਭੈਣ ਨੂੰ ਗ੍ਰਿਫਤਾਰ ਕਰਕੇ ਨਹੀਂ ਲੈ ਜਾ ਸਕਦੇ। ਇਤਿਹਾਸ ਕਹਿੰਦਾ ਸਿੱਖਾਂ ਨੇ ਇੱਥੋਂ ਤੱਕ ਗਿਆ ਕਿ ਅਸੀਂ ਭਾਈ ਤਾਰੂ ਸਿੰਘ ਜੀ, ਜੇਕਰ ਤੁਸੀਂ ਕਹੋ ਇਹਨਾਂ ਸਿਪਾਹੀਆਂ ਨੂੰ ਮਾਰ ਕੇ ਤੇ ਤੁਹਾਨੂੰ ਰਿਹਾ ਕਰ ਸਕਦੇ ਹਾਂ। ਭਾਈ ਤਾਰੂ ਸਿੰਘ ਜੀ ਨੇ ਕਿਹਾ, ਨਹੀਂ, ਇਹਨਾਂ ਨੂੰ ਮਾਰਨ ਦੀ ਲੋੜ ਨਹੀਂ, ਇਹਨਾਂ ਨੂੰ ਮਾਰਨ ਦੀ ਲੋੜ ਨਹੀਂ। ਜੇ ਤੁਸੀਂ ਸੱਚਮੁੱਚ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੀ ਤੇ ਗ੍ਰਿਫਤਾਰੀ ਹੈ ਔਰ ਗ੍ਰਿਫਤਾਰੀ ਵਾਰੰਟ ਨੇ, ਔਰ ਜ਼ਕਰੀਆ ਖਾਨ ਨੇ ਬਹੁਤ ਸਾਰੇ ਤਸੱਦਦ ਕਰਕੇ ਬਹੁਤ ਸਾਰੀਆਂ ਸ਼ਹੀਦੀਆਂ ਪਹਿਲੋਂ ਹੋ ਚੁੱਕੀਆਂ ਸੀ, ਜਾਣਦੇ ਸੀ ਭਾਈ ਤਾਰੂ ਸਿੰਘ ਜੀ ਹੁਣ ਸ਼ਹਾਦਤ ਦੇਣੀ ਪੈਗੀ। ਕਹਿੰਦੇ ਮੈਨੂੰ ਆਪਣੀ ਸ਼ਹਾਦਤ ਦਾ ਕੋਈ ਗਮ ਨਹੀਂ, ਦੁੱਖ ਨਹੀਂ, ਮੈਂ ਨਹੀਂ ਕਹਿੰਦਾ ਤੁਸੀਂ ਸਿਪਾਹੀਆਂ ਨੂੰ ਮਾਰ ਕੇ ਮੈਨੂੰ ਛੁਡਵਾ ਕੇ ਰਿਹਾ ਕਰ ਲਓ। ਕਹਿੰਦੇ ਜੇ ਸੱਚਮੁੱਚ ਮੇਰੇ ਨਾਲ ਪਿਆਰ ਕਰਦੇ ਹੋ ਨਾ, ਇਹ ਜਿਹੜੀ ਪਰੰਪਰਾ ਚੱਲ ਰਹੀ ਹੈ, ਅਸੀਂ ਸੇਵਾ ਦੇ ਵਿੱਚ ਯੋਗਦਾਨ ਪਾ ਰਹੇ ਹਾਂ। ਜਿਹੜੇ ਸਿੱਖ ਜੰਗਲਾਂ ਦੇ ਵਿੱਚ ਰਹਿ ਕੇ ਧਰਮ ਦੀ ਲੜਾਈ ਲੜ ਰਹੇ ਨੇ, ਉਹਨਾਂ ਸਿੱਖਾਂ ਦੇ ਵਾਸਤੇ ਪ੍ਰਸ਼ਾਦਾ ਡੇਲੀ ਪਹੁੰਚਣਾ ਚਾਹੀਦਾ। ਜੇ ਸੱਚਮੁੱਚ ਮੇਰੇ ਨਾਲ ਪਿਆਰ ਕਰਦੇ ਤਾਂ ਰੋਜ਼ ਪ੍ਰਸ਼ਾਦਾ ਤਿਆਰ ਕਰਕੇ ਤੁਸੀਂ ਜੰਗਲਾਂ ਵਿੱਚ ਜਾ ਕੇ ਭੁੱਖੇ ਸਿੱਖਾਂ ਦੇ ਪੇਟ ਭਰਨੇ ਨੇ, ਉਹਨਾਂ ਦੀ ਬਣਦੀ ਸੇਵਾ ਕਰਨੀ ਹੈ। ਮੈਂ ਸਮਝਾਂਗਾ ਸੱਚਮੁੱਚ ਹੀ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਜ਼ਕਰੀਆ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜ਼ਕਰੀਆ ਖਾਨ ਨੇ ਆਪਣੇ ਵੱਲੋਂ ਬਹੁਤ ਸਾਰਾ ਸਮਝਾਉਣ ਦਾ ਯਤਨ ਕੀਤਾ। ਜਦੋਂ ਅਸੀਂ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੀਆਂ ਸ਼ਹੀਦੀਆਂ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਇੱਕ ਗੱਲ ਮਿਲਦੀ ਹੈ ਕਿ ਸਾਨੂੰ ਸਾਡੇ ਸਿੱਖਾਂ ਦੀਆਂ ਸ਼ਹੀਦੀਆਂ ਹੋਣ ਤੋਂ ਪਹਿਲਾਂ ਕੁਝ ਆਪਸ਼ਨ ਦਿੱਤੇ ਜਾਂਦੇ ਨੇ। ਇਹ ਨਹੀਂ ਕਿ ਸਿੱਧਾ ਫੜ ਕੇ ਲੈ ਆਂਦਾ
ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਗੱਲਬਾਤ ਨਹੀਂ, ਸਿੱਧਾ ਆ ਕੇ ਸ਼ਹੀਦ ਕੀਤਾ ਜਾਂਦਾ ਨਹੀਂ। ਪਹਿਲਾਂ ਆਪਸ਼ਨ ਦਿੱਤੇ ਜਾਂਦੇ, ਦੇਖੋ ਤੁਸੀਂ ਆਪਣਾ ਧਰਮ ਛੱਡ ਦਿਓ, ਆਪਣੇ ਧਰਮ ਨੂੰ ਛੱਡ ਕੇ ਇਸਲਾਮ ਨੂੰ ਕਬੂਲ ਕਰ ਲਵੋ, ਤੁਹਾਡਾ ਗੁਨਾਹ ਮਾਫ ਹੋ ਜਾਏਗਾ। ਫਿਰ ਕੁਝ ਡਨ ਦਿੱਤਾ ਜਾਂਦਾ, ਜੇਕਰ ਤੁਸੀਂ ਡਨ ਭਰ ਦੇਵੋ ਤਾਂ ਤੁਹਾਡਾ ਜਲਮ ਜਿਹੜਾ ਹੈ ਤੁਹਾਡਾ ਗੁਨਾਹ ਮਾਫ ਹੋ ਜਾਏਗਾ। ਫਿਰ ਕਿਹਾ ਜਾਂਦਾ ਜੇ ਤੁਸੀਂ ਆਪਣਾ ਧਰਮ ਨਹੀਂ ਛੱਡਦੇ ਫਿਰ ਤੁਹਾਡੀ ਸ਼ਹਾਦਤ ਹੋਏਗੀ। ਪਰ ਆਪਾਂ ਗੱਲ ਪ੍ਰਾਰੰਭ ਕੀਤੀ ਹੈ, ਜਿਨ੍ਹਾਂ ਨੇ ਬਾਣੀ ਦੇ ਨਾਲ ਮਨ ਨੂੰ ਰੰਗਿਆ ਹੈ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹ ਲਾਗੇ ਦਾਗਾ। ਜਿਨ੍ਹਾਂ ਦੇ ਆਪਣੇ ਹਿਰਦੇ ਨੂੰ ਬਾਣੀ ਦੇ ਰੰਗ ਦੇ ਵਿੱਚ ਰੰਗਿਆ, ਜਿਨ੍ਹਾਂ ਦਾ ਸੱਚਮੁੱਚ ਹਿਰਦਾ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਉਹ ਆਪਣੀਆਂ ਸ਼ਹਾਦਤਾਂ ਤੇ ਦੇ ਗਏ, ਉਹ ਚਰਖੜੀਆਂ ਤੇ ਚੜ ਗਏ, ਪਰ ਅੰਦਰ ਦਾ ਰੰਗ ਫਿਰ ਲੱਥਾ ਨਹੀਂ, ਅੰਦਰ ਦੇ ਰੰਗ ਨੂੰ ਕੋਈ ਖੋ ਨਹੀਂ ਸਕਿਆ। ਭਾਈ ਤਾਰੂ ਸਿੰਘ ਜੀ ਹੋਣਾ ਦੀ ਖੋਪੜੀ ਉਤਰ ਗਈ ਔਰ ਪੈਂਦਾ ਹੈ ਜ਼ਕਰੀਆ ਖਾਨ, ਕਹਿੰਦਾ ਕਿ ਤੁਹਾਨੂੰ ਆਪਸ਼ਨ ਹੈ, ਤੁਹਾਡੀ ਜਾਨ ਬਚ ਸਕਦੀ ਹੈ, ਤੁਸੀਂ ਗੁਨਾਹ ਕੀਤਾ, ਸਾਡੇ ਬਾਗੀ ਸਿੰਘਾਂ ਨੂੰ ਜਾ ਕੇ ਤੁਸੀਂ ਪ੍ਰਸ਼ਾਦਾ ਛਕਾਉਂਦੇ ਰਹੇ ਹੋ, ਕੱਪੜੇ ਦਿੰਦੇ ਰਹੇ ਹੋ, ਗੁਨਾਹ ਬਹੁਤ ਵੱਡਾ ਹੈ। ਜੇਕਰ ਤੁਸੀਂ ਆਪਣੇ ਧਰਮ ਨੂੰ ਛੱਡ ਦੇਵੋ ਤੇ ਤੁਹਾਡਾ ਗੁਨਾਹ ਮਾਫ ਹੋ ਜਾਏਗਾ, ਤੁਸੀਂ ਇਸਲਾਮ ਨੂੰ ਕਬੂਲ ਕਰ ਲਓ। ਪਰ ਮਨ ਰੰਗਿਆ ਹੋਇਆ ਸੀ ਗੁਰੂ ਦੀ ਬਾਣੀ ਦੇ ਨਾਲ, ਮਨ ਦੇ ਉੱਤੇ ਪ੍ਰੇਮ ਦਾ ਰੰਗ, ਗੁਰੂ ਦੇ ਪ੍ਰੇਮ ਦਾ ਰੰਗ ਚੜਿਆ ਸੀ, ਇਸ ਰੰਗ ਨੂੰ ਜ਼ਾਲਮ ਖੋ ਨਾ ਸਕੇ। ਗੁਰੂ ਦੇ ਸਿੱਖ ਨੇ ਕਿਹਾ ਮੈਂ ਧਰਮ ਛੱਡਣਾ ਮਨਜ਼ੂਰ ਨਹੀਂ ਕਰਾਂਗਾ, ਆਪਣੀ ਸ਼ਹਾਦਤ ਦੇਣ ਵਾਸਤੇ ਤਿਆਰ ਆ, ਮੈਨੂੰ ਪਤਾ ਤੁਸੀਂ ਜੋ ਮੇਰੇ ਨਾਲ ਕਰਨਾ। ਭਾਈ ਤਾਰੂ ਸਿੰਘ ਜੀ ਨੂੰ ਫਿਰ ਜ਼ਕਰੀਆ ਖਾਨ ਕਹਿੰਦਾ ਤੂੰ ਜਿਹੜੀ ਵਾਰ-ਵਾਰ ਗੱਲ ਕਰਦਾ ਨਾ ਕਿ ਮੈਂ ਸਿੱਖੀ ਨੂੰ ਕੇਸਾਂ ਸਵਾਸਾਂ ਦੇ ਨਾਲ ਨਿਭਾਉਣਾ, ਜਦੋਂ ਮੈਂ ਤੈਨੂੰ ਕਹਿੰਦਾ ਤੂੰ ਆਪਣਾ ਧਰਮ ਛੱਡ ਦੇ, ਇਸਲਾਮ ਨੂੰ ਕਬੂਲ ਕਰ ਲੈ, ਤੂੰ ਕਹਿੰਦਾ ਇਹ ਸਿੱਖੀ ਮੇਰੀ ਜਿਹੜੀ ਹੈ ਇਹ ਮੈਂ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਣਾ, ਜਿਹੜੇ ਕੇਸਾਂ ਦੀ ਗੱਲ ਤੂੰ ਕਹਿੰਦਾ ਤੇਰੇ ਕੇਸ ਕਤਲ ਕਰ ਦਿਆਂਗਾ। ਉੱਥੇ ਇਤਿਹਾਸ ਦੇ ਵਿੱਚ ਕਈ ਇਤਿਹਾਸਕਾਰਾਂ ਨੇ ਕਿਹਾ ਕਿ ਕੇਸ ਸਿੱਖਾਂ ਬਣ ਗਏ, 35 ਤੋਂ ਕੱਟੇ ਨਾ ਗਏ, ਪਰ ਸੱਚ ਇਹ ਹੈ ਕਿ ਕੇਸ ਕੱਟਣ ਵਾਸਤੇ ਕਿਸੇ ਨਾਈ ਦੀ ਹਿੰਮਤ ਨਹੀਂ ਪਈ। ਭਾਈ ਸਾਹਿਬ ਜੀ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕੋਈ ਵੇਖ ਨਹੀਂ ਸੀ ਸਕਦਾ, ਗੁਰੂ ਦੇ ਸਿੱਖ ਦੇ ਅੰਦਰ ਨਾਮ ਦੀ ਕਣੀ ਇੰਨੀ ਸੀ ਔਰ ਇੰਨਾ ਮੋਹ ਮਰਨੇ ਦਾ ਚਾਉ ਹੈ, ਅੰਦਰ ਆਪਣੀ ਕੁਰਬਾਨੀ ਦੇਣ ਵਾਸਤੇ ਗੁਰੂ ਦਾ ਸਿੱਖ ਤਤਪਰ ਸੀ, ਤਿਆਰ ਸੀ। ਫਿਰ ਉੱਥੇ ਮੋਚੀ ਨੂੰ ਸੱਦਿਆ ਗਿਆ। ਜ਼ਕਰੀਆ ਖਾਨ ਕਹਿੰਦਾ ਇਹ ਸਿੱਖੀ ਨੂੰ ਨਿਭਾਉਣ ਦੀ ਗੱਲ ਕਰਦਾ ਹੈ, ਇਹਦੇ ਕੇਸਾਂ ਵਾਲੀ ਖੋਪੜੀ ਨੂੰ ਉਤਾਰ ਦਿਓ, ਸਾਡੇ ਸਰੀਰ ਨੂੰ ਛੋਟਾ ਜਿਹਾ ਫੱਟ ਵੱਜ ਜਾਵੇ ਨਾ, ਛੋਟੀ ਜਿਹੀ ਸੱਟ ਲੱਗ ਜਾਏ ਔਰ ਅਸੀਂ ਉਸ ਪੀੜਾ ਨੂੰ ਸਹਾਰ ਨਹੀਂ ਸਕਦੇ। ਜਿਨ੍ਹਾਂ ਦਾ ਮਨ ਪ੍ਰੇਮ ਦੇ ਵਿੱਚ ਰੰਗਿਆ ਸੀ, ਜਿਨ੍ਹਾਂ ਦੇ ਮਨ ਦੇ ਉੱਤੇ ਗੁਰੂ ਦੇ ਪ੍ਰੇਮ ਦਾ ਰੰਗ ਚੜਿਆ ਸੀ, ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੀ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਸੀ, ਭਾਈ ਤਾਰੂ ਸਿੰਘ ਦੀ ਚੌਂਕੜਾ ਮਾਰ ਕੇ ਬੈਠ ਗਏ। ਇੱਕ ਗੱਲ ਕਹਿੰਦੇ ਨੇ, ਕਹਿੰਦੇ ਤੂੰ ਮੇਰੇ ਕੇਸਾਂ ਨੂੰ ਉਤਾਰਨ ਦੀ ਗੱਲ ਕਰਦਾ, ਇੱਕ ਗੱਲ ਯਾਦ ਰੱਖੀ, ਤੈਨੂੰ ਮੈਂ ਪੈਰ ਦੀ ਜੁੱਤੀ ਦੇ ਨਾਲ ਅੱਗੇ ਲਾ ਕੇ ਲੈ ਕੇ ਜਾਣਾ। ਗੁਰੂ ਦੇ ਸਿੱਖ ਨੇ ਜਦੋਂ ਗੁਰੂ ਤੇ ਭਰੋਸਾ ਕਰਕੇ ਗੁਰੂ ਦਾ ਸਿੱਖ ਪ੍ਰਣ ਕਰਦਾ ਨਾ, ਫਿਰ ਉਹ ਪ੍ਰਣ ਗੁਰੂ ਦੇ ਸਿੱਖ ਦਾ ਨਿਭ ਜਾਂਦਾ ਹੈ। ਭਾਈ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਵੀ ਪ੍ਰਣ ਕੀਤਾ ਸੀ, ਪਾਤਸ਼ਾਹ ਜੀ ਮੈਂ ਸੀਸ ਤੁਹਾਡੇ ਚਰਨਾਂ ਭੇਟ ਕਰਨਾ, ਤੇ ਗੁਰੂ ਦੇ ਸਿੱਖ ਨੇ ਬਾਬਾ ਦੀਪ ਸਿੰਘ ਜੀ ਨੇ ਵੀ ਆਪਣਾ ਪ੍ਰਣ ਨਿਭਾਇਆ ਸੀ, ਉਹਨਾਂ ਦਾ ਪ੍ਰਣ ਵੀ ਨਿਭਿਆ ਸੀ। ਇੱਥੇ ਭਾਈ ਤਾਰੂ ਸਿੰਘ ਜੀ ਕਹਿੰਦਾ ਤੂੰ ਮੇਰੇ ਕੇਸ ਕੱਟਣ ਦੀ ਗੱਲ ਕਰਦਾ ਹੈ, ਮੇਰੇ ਸਿਰ ਦੇ ਵਿੱਚ ਜੁੱਤੀਆਂ ਮਾਰਨ ਦੀ ਗੱਲ ਕਰਦਾ ਹੈ, ਸੱਚੇ ਤੈਨੂੰ ਮੈਂ ਪੈਰ ਦੀ ਜੁੱਤੀ ਦੇ ਨਾਲ ਅੱਗੇ ਲਾ ਕੇ ਲੈ ਕੇ ਜਾਣਾ। ਔਰ ਕਹਿੰਦਾ ਜ਼ਕਰੀਆ ਖਾਨ ਕਹਿੰਦਾ ਦੀ ਖੋਪੜੀ ਉਤਾਰ ਦਿੱਤੀ ਜਾਵੇ। ਉੱਥੇ ਮੋਚੀ ਆਇਆ, ਉਹਨੇ ਰੰਬੀ ਲਈ, ਸਾਹਮਣੇ ਖੋਪੜੀ ਦੇ ਵਿੱਚ ਰੰਬੀ ਰੱਖ ਕੇ ਉੱਤੋਂ ਹਥੌੜੀ ਦੇ ਨਾਲ ਸੱਟਾਂ ਮਾਰਦਾ ਏ, ਇੱਕ ਬੰਨੇ ਸੱਟਾਂ ਮਾਰਦਿਆਂ ਖੋਪੜੀ ਗਿੱਚੀ ਤੱਕ ਲੈ ਗਿਆ, ਪੁੱਟਦਿਆਂ ਫਿਰ ਮੱਥੇ ਦੇ ਵਿੱਚੋਂ ਸ਼ੁਰੂ ਕੀਤੀ, ਕੰਨ ਦੇ ਲਾਗੋਂ ਖੋਪੜੀ ਨੂੰ ਸੱਟਾਂ ਮਾਰਦਾ ਰੰਬੀ ਰੱਖ ਕੇ ਹਥੌੜੀ ਦੇ ਨਾਲ ਸੱਟਾਂ ਮਾਰ ਕੇ ਖੋਪੜੀ ਨੂੰ ਪੁੱਟਦਾ ਏ। ਜਦੋਂ ਗਿੱਚੀ ਤੱਕ ਲੈ ਕੇ ਗਿਆ, ਕੇਸਾਂ ਨੂੰ ਪਕੜ ਕੇ ਜ਼ੋਰ ਦਾ ਝਟਕਾ ਮਾਰਿਆ, ਗੁਰੂ ਦੇ ਸਿੱਖ ਦੀ ਖੋਪੜੀ ਜਿਹੜੀ ਸੀ ਅੱਡ ਹੋ ਗਈ, ਕੇਸਾਂ ਸਮੇਤ ਖੋਪੜੀ ਅੱਡ ਹੋ ਗਈ। ਪਰ ਗੁਰੂ ਦਾ ਸਿੱਖ ਉਸ ਨਾਮ ਦੇ ਵਿੱਚ ਰੰਗਿਆ ਹੋਇਆ ਮਨ ਆਪਣੀ ਰਸਨਾ ਦੇ ਉੱਤੋਂ ਵਾਹਿਗੁਰੂ ਦਾ ਜਾਪ ਕਰਦਾ ਰਿਹਾ, ਬਾਣੀ ਦਾ ਜਾਪ ਕਰਦਾ ਰਿਹਾ, ਸਿਮਰਨ ਕਰਦਾ ਰਿਹਾ, ਅਡੋਲ ਬੈਠਾ ਰਿਹਾ। ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਰਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੂੰ ਇੱਕ ਬੰਨੇ ਸੁੱਟ ਦਿੱਤਾ ਗਿਆ ਔਰ ਖੋਪੜੀ ਉਤਰਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ 22 ਦਿਨ ਤੱਕ ਜ਼ਿੰਦਾ ਰਹੇ ਨੇ ਸਰੀਰ ਦੇ ਵਿੱਚ।
ਉਹਨਾਂ ਨੇ ਰੱਬ ਨੂੰ ਉਲਾਮਾ ਨਹੀਂ ਦਿੱਤਾ, ਖੁੱਪੜੀ ਉਤਰ ਗਈ। ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਬਾਣੀ ਦਾ ਸਿਮਰਨ ਕਰਦੇ ਰਹੇ। ਜਿਸ ਨਾਮ ਦੇ ਰੰਗ ਨੂੰ ਮਨ ਤੇ ਉੱਤੇ ਜਿਹੜਾ ਰੰਗ ਚੜਿਆ ਸੀ, ਉਹ ਰੰਗ ਨੂੰ ਫਿੱਕਾ ਨਹੀਂ ਪੈਣ ਦਿੱਤਾ, ਸਗੋਂ ਹੋਰ ਪ੍ਰੇਮ ਦੇ ਨਾਲ ਬਾਬੇ ਦੀ ਬਾਣੀ ਪੜ੍ਹਦੇ ਨੇ ਤੇ ਪੜ੍ਹਦੇ ਨੇ, ਤੇਰਾ ਕੀਆ ਮਿੱਠਾ ਲਾਗੇ। ਰੱਬ ਜੀ, ਜੋ ਤੁਸੀਂ ਕਰਦੇ ਹੋ ਤੇਰੇ ਭਾਣੇ ਦੇ ਵਿੱਚ ਰਹਿਣਾ, ਕਿਉਂਕਿ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿਖਾ ਕੇ ਗਏ ਨੇ। ਤੱਤੀਆਂ ਤਵੀਆਂ ਤੇ ਬਹਿ ਕੇ ਉਹਨਾਂ ਨੇ ਰੱਬ ਨੂੰ ਉਲਾਮਾ ਨਹੀਂ ਦਿੱਤਾ। ਇੱਥੇ ਭਾਈ ਤਾਰੂ ਸਿੰਘ ਜੀ ਉਸ ਦਾਤੇ ਦੀ ਬਾਣੀ ਨੂੰ ਪੜ੍ਹਦੇ ਨੇ, ਸਿਮਰਨ ਕਰਦੇ ਰਹੇ। ਉਧਰ ਭਾਈ ਸਾਹਿਬ ਜੀ ਦੇ ਜਿਹੜੇ ਸ਼ਬਦ ਸੀ, ਉਹਨਾਂ ਨੇ ਕਿਹਾ ਸੀ ਪੈਰ ਦੀ ਜੁੱਤੀ ਦੇ ਨਾਲ ਅੱਗੇ ਲਾ ਕੇ ਲੈ ਕੇ ਜਾਣਾ। ਉਧਰ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ, ਪਿਸ਼ਾਬ ਰੁਕ ਗਿਆ, ਪਰੇਸ਼ਾਨ ਹੋਣ ਲੱਗਾ। ਵੈਦ ਆਏ, ਹਕੀਮ ਆਏ, ਪਰ ਕੋਈ ਫਰਕ ਨਾ ਪਵੇ। ਫਿਰ ਸੱਦਿਆ ਗਿਆ ਭਾਈ ਸ਼ੁਬੇਗ ਸਿੰਘ ਨੂੰ, ਜਿਹੜੇ ਚਰਖੜੀਆਂ ਤੇ ਚੜੇ ਸੀ। ਜ਼ਕਰੀਆ ਖਾਨ ਨੇ ਸੱਦ ਕੇ ਕਿਹਾ, ਮੈਨੂੰ ਅਫਸੋਸ ਹੈ, ਮੈਂ ਬਾਣੀ ਪੜ੍ਹਨ ਵਾਲੇ ਸਿੱਖ ਦੇ ਨਾਲ ਤਸੱਦਦ ਕੀਤਾ, ਉਹਦੀ ਖੋਪੜੀ ਉਤਰਵਾਈ ਹੈ। ਮੈਂ ਕਹਿੰਦਾ ਮੇਰੇ ਵਾਸਤੇ ਅਰਦਾਸ ਕੀਤੀ ਜਾਵੇ, ਰੱਬ ਮੇਰੀ ਗਲਤੀ ਨੂੰ ਮਾਫ ਕਰ ਦੇਵੇ, ਵਾਹਿਗੁਰੂ ਮਾਫ ਕਰ ਦੇਵੇ। ਭਾਈ ਸ਼ੁਬੇਗ ਸਿੰਘ ਜੀ ਭਾਈ ਤਾਰੂ ਸਿੰਘ ਜੀ ਕੋਲ ਜਾਂਦੇ ਨੇ। ਭਾਈ ਤਾਰੂ ਸਿੰਘ ਜੀ, ਜ਼ਕਰੀਆ ਖਾਨ ਆਪਣੇ ਗੁਨਾਹ ਦੀ ਮਾਫੀ ਮੰਗਦਾ ਹੈ ਤੇ ਭਾਈ ਤਾਰੂ ਸਿੰਘ ਜੀ ਨੇ ਕਹਿ ਦਿੱਤਾ, ਮੈਂ ਆਪਣਾ ਜੀਵਨ ਗੁਰੂ ਨੂੰ ਸਮਰਪਿਤ ਕੀਤਾ ਹੈ, ਹੁਣ ਗੁਰੂ ਦਾ ਖਾਲਸਾ ਫੈਸਲਾ ਕਰੇਗਾ। ਉਹਨਾਂ ਦੇ ਕੋਲ ਜਾਓ। ਜਦੋਂ ਖਾਲਸੇ ਦੇ ਕੋਲ ਗਏ ਭਾਈ ਸ਼ੁਬੇਗ ਸਿੰਘ ਜੀ ਜੰਗਲਾਂ ਵਿੱਚ, ਜਦੋਂ ਜਾ ਕੇ ਦੱਸਿਆ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰ ਦਿੱਤੀ ਗਈ ਹੈ। ਉੱਥੇ ਨੌਜਵਾਨ ਜਿਹੜੇ ਸਿੱਖ ਸਨ, ਗੁਰੂ ਦੇ ਸਿੱਖ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੇ ਵਾਸਤੇ ਪ੍ਰਸ਼ਾਦਾ ਲੈ ਕੇ ਜੰਗਲਾਂ ਵਿੱਚ ਜਾਂਦੇ ਸਨ, ਇੱਕਦਮ ਗੁੱਸੇ ਦੇ ਵਿੱਚ ਆ ਗਏ। ਕਹਿਣ ਲੱਗੇ ਸੀ ਹੁਣੇ ਜਾ ਕੇ ਜ਼ਕਰੀਆ ਖਾਨ ਦਾ ਜਿਹੜਾ ਧਰ ਦੇ ਨਾਲੋਂ ਸਿਰ ਅਲੱਗ ਕਰ ਦੇਵਾਂਗੇ। ਪਰ ਉਹਨੇ ਕਿਹਾ, ਭਾਈ ਸ਼ੁਬੇਗ ਸਿੰਘ ਜੀ ਨੇ ਕਹਿੰਦਾ ਮੇਰੇ ਵਾਸਤੇ ਅਰਦਾਸ ਕਰੋ। ਉੱਥੇ ਫਿਰ ਖਾਲਸੇ ਨੇ ਕਿਹਾ, ਉਹਦੇ ਵਾਸਤੇ ਅਰਦਾਸ ਨਹੀਂ, ਜੇ ਉਹਨੂੰ ਬੰਦ ਪੈ ਗਿਆ ਨਾ, ਤੇ ਗੁਰੂ ਦੇ ਸਿੱਖ ਨੇ ਇਹ ਪ੍ਰਣ ਕੀਤਾ ਸੀ ਤੈਨੂੰ ਪੈਰ ਦੀ ਜੁੱਤੀ ਦੇ ਅੱਗੇ ਲਾ ਕੇ ਜਾਣਾ, ਜਾਓ ਉਹਨੂੰ ਬੰਨ, ਉਹਦਾ ਟੁੱਟ ਜਾਏਗਾ, ਉਹਦਾ ਪਿਸ਼ਾਬ ਉੱਤਰ ਆਏਗਾ। ਭਾਈ ਤਾਰੂ ਸਿੰਘ ਜੀ ਦੇ ਪੈਰ ਦਾ ਜੋੜਾ ਲਿਆ ਦੇ ਔਰ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰਿਆ ਦੇ। ਭਾਈ ਸ਼ੁਬੇਗ ਸਿੰਘ ਜੀ ਨੇ ਇਸੇ ਤਰ੍ਹਾਂ ਆ ਕੇ ਜ਼ਕਰੀਆ ਖਾਨ ਨੂੰ ਦੱਸਿਆ, ਜ਼ਕਰੀਆ ਖਾਨ ਤੇਰਾ ਬੰਨ ਟੁੱਟ ਸਕਦਾ ਹੈ, ਤੈਨੂੰ ਪਿਸ਼ਾਬ ਆ ਜਾਏਗਾ, ਤੈਨੂੰ ਸਕੂਨ ਮਿਲ ਸਕਦਾ ਹੈ, ਕੋਈ ਇਲਾਜ ਨਹੀਂ, ਕੇਵਲ ਗੁਰੂ ਦੇ ਸਿੱਖ ਦੇ ਪੈਰ ਦੀ ਜੁੱਤੀ, ਭਾਈ ਤਾਰੂ ਸਿੰਘ ਜੀ ਦੇ ਪੈਰ ਦਾ ਜੋੜਾ। ਖਾਲਸਾ ਕਹਿੰਦਾ ਜਦ ਤੱਕ ਤੇਰੇ ਸਿਰ ਦੇ ਵਿੱਚ ਵੱਜਦਾ ਰਹੇਗਾ ਤੇਰੇ ਪਿਸ਼ਾਬ ਉੱਤਰ ਆਏਗਾ। ਉਹ ਕਹਿੰਦਾ ਦੇਰ ਨਾ ਕਰੋ, ਭਾਈ ਤਾਰੂ ਸਿੰਘ ਜੀ ਦੇ ਪੈਰ ਦਾ ਜੋੜਾ ਲੈ ਕੇ ਆਓ ਤੇ ਮੇਰੇ ਸਿਰ 'ਚ ਮਾਰੋ, ਕਿਸੇ ਤਰੀਕੇ ਦੇ ਨਾਲ ਮੈਨੂੰ ਸਕੂਨ ਮਿਲੇ। ਹੁਣ ਜਿਉਂ-ਜਿਉਂ ਪੈਰ ਦੇ ਵਿੱਚ, ਸਿਰ ਦੇ ਵਿੱਚ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦਾ ਜੋੜਾ ਵੱਜਦਾ ਹੈ ਤੇ ਜ਼ਕਰੀਆ ਖਾਨ ਨੂੰ ਸਕੂਨ ਮਿਲਦਾ, ਪਿਸ਼ਾਬ ਉਤਰਦਾ ਹੈ। ਕਹਿੰਦਾ ਕੱਸ-ਕੱਸ ਕੇ ਮਾਰੋ। ਔਰ 22 ਦਿਨ ਤੱਕ, 20 ਦਿਨ ਤੱਕ, ਕਿਉਂਕਿ ਸਿਰ ਦੇ ਖੋਪੜੀ ਉਤਰਨ ਤੋਂ ਬਾਅਦ 1-2 ਦਿਨ ਬਾਅਦ ਇਹ ਭਾਈ ਸ਼ੁਬੇਗ ਸਿੰਘ ਜੀ ਨੇ ਆ ਕੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੇ ਪੈਰ ਦਾ ਜੋੜਾ ਜੇਕਰ ਤੁਹਾਡੇ ਸਿਰ ਵਿੱਚ ਵੱਜੇ ਤੇ ਤੁਹਾਡਾ ਪਿਸ਼ਾਬ ਉਤਰੇਗਾ। ਇਹ 20-21 ਦਿਨ ਤੱਕ ਭਾਈ ਤਾਰੂ ਸਿੰਘ ਜੀ ਦੇ ਪੈਰ ਦਾ ਜੋੜਾ, ਭਾਈ ਤਾਰੂ ਸਿੰਘ ਜੀ ਦੇ ਪੈਰ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦੀ ਰਹੀ ਤੇ ਉਹਦਾ ਪਿਸ਼ਾਬ ਉਤਰਦਾ ਰਿਹਾ। ਆਖਿਰਕਾਰ ਭਾਈ ਤਾਰੂ ਸਿੰਘ ਜੀ ਤੋਂ ਖੋਪੜੀ ਉਤਰ ਤੋਂ 21ਵੇਂ ਦਿਨ ਬਾਅਦ ਜ਼ਕਰੀਆ ਖਾਨ ਦੀ, ਗੁਰੂ ਦੇ ਸਿੱਖ ਦੀ ਪੈਰ ਦੀ ਜੁੱਤੀ ਦੀ ਮਾਰ ਖਾਂਦਿਆਂ ਖਾਂਦਿਆਂ ਉਹਦੀ ਮੌਤ ਹੋ ਗਈ। ਖਾਲਸਾ ਆਇਆ, ਭਾਈ ਤਾਰੂ ਸਿੰਘ ਜੀ ਨੂੰ ਕਹਿੰਦੇ, ਭਾਈ ਤਾਰੂ ਸਿੰਘ ਜੀ ਦੱਸੋ, ਹਕੀਮਾਂ ਨੂੰ ਬੁਲਾਇਆ ਜਾਵੇ, ਖੋਪੜੀ ਦਾ ਕੋਈ ਇਲਾਜ ਕੀਤਾ ਜਾਵੇ। ਭਾਈ ਤਾਰੂ ਸਿੰਘ ਜੀ ਕਹਿੰਦੇ ਕੁਝ ਨਹੀਂ, ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਸਰੋਵਰ ਦਾ ਜਲ ਮੰਗਾਓ, ਮੈਂ ਇਸ਼ਨਾਨ ਕਰਨਾ ਚਾਹੁੰਦਾ, ਮੇਰਾ ਇਸ਼ਨਾਨ ਕਰਕੇ ਖਾਲਸਾ ਜੀ ਤੁਸੀਂ ਅਰਦਾਸ ਕਰੋ, ਮੈਂ ਉਸ ਪਿਆਰੇ ਦੀ ਗੋਦ ਵਿੱਚ ਜਾਣਾ ਜਿਹਦੇ ਨਾਮ ਦਾ ਰੰਗ ਸਾਡੇ ਹਿਰਦੇ ਤੇ ਚੜਿਆ। ਖਾਲਸੇ ਨੇ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਲ ਮੰਗਾਇਆ। ਅੱਜ ਤੇ ਅਸੀਂ ਕਿੰਤੂ ਕਰ ਦਿੰਦੇ ਆ ਕਿ ਇਹਨਾਂ ਸਰੋਵਰਾਂ ਦੀ ਲੋੜ ਨਹੀਂ, ਇਹਨਾਂ ਸਰੋਵਰਾਂ 'ਚ ਨਹਾਉਣ ਦੀ ਲੋੜ ਨਹੀਂ, ਪਰ ਇਤਿਹਾਸ ਨੂੰ ਪੜ੍ਹੀਏ ਫਿਰ ਪਤਾ ਲੱਗਦਾ ਹੈ ਜਿਹੜੇ ਸਰੋਵਰਾਂ ਦੇ ਵਿੱਚ ਇਸ਼ਨਾਨ ਕਰਕੇ ਦੁਖੀਆਂ ਦੇ ਦੁੱਖ ਉਤਰਦੇ ਨੇ, ਜਿੱਥੇ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ, ਜਿੱਥੇ ਕਿਸੇ ਵੀ ਦੁੱਖ ਦਾ ਇਲਾਜ ਨਹੀਂ ਹੁੰਦਾ। ਜੇ ਕੋਈ ਸ਼ਰਧਾ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਤੇ ਉਹਦੇ ਤਨ ਦਾ ਦੁੱਖ ਵੀ ਦੂਰ ਹੁੰਦਾ, ਉਹਦੇ ਮਨ ਦੇ ਦੁੱਖ ਦਰਿੱਦਰ ਵੀ ਦੂਰ ਹੁੰਦੇ ਨੇ। ਭਾਈ ਤਾਰੂ ਸਿੰਘ ਜੀ ਨੇ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸਰੋਵਰ ਦਾ ਜਲ ਮੰਗਾਇਆ ਜਾਵੇ, ਮੈਂ ਇਸ਼ਨਾਨ ਕਰਾਂਗਾ। ਇਸ਼ਨਾਨ ਕਰਾਇਆ ਗਿਆ। ਫਿਰ ਭਾਈ ਤਾਰੂ ਸਿੰਘ ਜੀ ਖਾਲਸਾ ਪੰਥ ਨੂੰ ਕਹਿੰਦੇ ਹੁਣ ਅਰਦਾਸ ਕਰੋ। 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਹੋਇਆ।
ਭਾਈ ਤਾਰੂ ਸਿੰਘ ਜੀ ਨੇ ਅਰਦਾਸ ਕਰਵਾਈ ਹੈ। ਜਦੋਂ ਅਰਦਾਸ ਸੰਪੂਰਨ ਹੋਈ, ਨਾਨਕ ਨਾਮ ਚੜ੍ਹਦੀ ਕਲਾ ਕਿਹਾ, ਭਾਈ ਤਾਰੂ ਸਿੰਘ ਜੀ ਨੇ ਆਪਣੇ 5 ਭੁੱਤਕ ਸਰੀਰ ਨੂੰ ਤਿਆਗ ਕੇ ਗੁਰੂ ਦੇ ਚਰਨਾਂ ਦੇ ਵਿੱਚ ਉਹ ਜਾ ਕੇ ਸਮਰਪਿਤ ਹੋ ਗਏ, ਸੱਚਖੰਡ ਸੁਧਾਰ ਗਏ। ਪਰ ਗੁਰੂ ਦੇ ਸਿੱਖ ਦੇ ਮਨ ਨੂੰ, ਉਹਨੇ ਆਪਣੇ ਮਨ ਨੂੰ ਬਾਣੀ ਦੇ ਰੰਗ ਦੇ ਵਿੱਚ ਰੰਗਿਆ ਸੀ। ਇਹ ਦੁਨਿਆਵੀ ਰੰਗਾਂ ਦੇ ਨਾਲ ਨਹੀਂ ਜਿਹੜੇ ਲੱਥ ਜਾਂਦੇ ਸੀ, ਇਹ ਉਹਨਾਂ ਦੀ ਬਾਤ ਹੈ ਜਿਨ੍ਹਾਂ ਨੇ ਆਪਣਾ ਮਨ ਰੰਗਿਆ ਬਾਣੀ ਪੜ੍ਹ ਕੇ, ਜਿਨ੍ਹਾਂ ਦੇ ਹਿਰਦੇ ਦੇ ਉੱਤੇ ਨਾਮ ਦਾ ਰੰਗ ਚੜਿਆ, ਸਿਰਾਂ ਤੋਂ ਖੋਪਣੀਆਂ ਤੇ ਲੈ ਗਈਆਂ, ਪਰ ਇਹ ਰੰਗ ਲੱਥਾ ਨਹੀਂ, ਇਹ ਰੰਗ ਕੋਈ ਖੋ ਨਹੀਂ ਸਕਿਆ। ਸਿਰ ਤੇ ਉੱਤੇ ਆਰੇ ਚੱਲ ਗਏ ਗੁਰੂ ਦੇ ਸਿੱਖਾਂ ਦੇ, ਜਿਨ੍ਹਾਂ ਨੇ ਬਾਣੀ ਨੂੰ ਪੜ੍ਹ ਕੇ ਮਨ ਨੂੰ ਰੰਗਿਆ ਸੀ, ਜਿਨ੍ਹਾਂ ਦੇ ਹਿਰਦੇ ਤੇ ਨਾਮ ਦਾ ਰੰਗ ਚੜਿਆ ਸੀ। ਭਾਵੇਂ ਸਿਰਾਂ ਤੇ ਆਰੇ ਚੱਲ ਗਏ, ਭਾਵੇਂ ਬੰਦ ਕੱਟੇ ਗਏ, ਭਾਵੇਂ ਚਰਖੜੀਆਂ ਤੇ ਚਾੜੇ ਗਏ, ਪਰ ਇਹ ਨਾਮ ਦਾ ਰੰਗ ਕਦੀ ਲੱਥਦਾ ਨਹੀਂ। ਇਸ ਕਰਕੇ ਜੇ ਅਸੀਂ ਹੋਲੇ ਮਹੱਲੇ ਦੇ ਪੁਰਬ ਮਨਾਉਂਦੇ ਹਾਂ, ਅਸੀਂ ਯਤਨ ਕਰਨਾ ਹੈ ਕਿ ਆਪਣੇ ਮਨ ਨੂੰ ਗੁਰੂ ਦੇ ਪ੍ਰੇਮ ਦੇ ਰੰਗ ਦੇ ਵਿੱਚ ਰੰਗਣਾ ਹੈ। ਕਿਤੇ ਬਾਣੀ ਦਾ ਰੰਗ ਸਾਡੇ ਹਿਰਦੇ ਵਿੱਚ ਚੜ ਜਾਏ। ਅੱਜ ਕੱਲ੍ਹ ਤੇ ਸਾਡੇ ਹਿਰਦੇ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ ਵਸੇ ਨੇ। ਇਹਨਾਂ ਨੂੰ ਦੂਰ ਹਟਾਉਣ ਵਾਸਤੇ ਨਾਮ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਹੈ। ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣੀਏ, ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸਿਮਰਨ ਕਰੀਏ, ਤਾਂ ਕਿ ਸਾਡਾ ਜਨਮ ਸਫਲ ਹੋ ਸਕੇ ਤੇ ਸੱਚਮੁੱਚ ਸਾਡਾ ਮਨ ਗੁਰੂ ਦੇ ਨਾਮ ਵਿੱਚ ਰੰਗਿਆ ਜਾਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।